सतनाम श्री वाहिगुरु साहिब तेरे गुण बहुते मैं एक ना जानिया, मैं मूर्ख किछ दीजै, प्रणवत नानक सुन मेरे साहिबा, डुबदा पत्थर लीजै। सुपहु कालपुर सेविया, अहन सुसहज सुभाए, दर्शन परसिया गुरु कह, जन्म मरण दुख जाय। वाहिगुरु साहिब जियो, मन माया में रम रहियो, निकसत नाहन मीत, नानक मूरत चितर ज्यों, छाड़त नाहन भीत। नर चाहत कश और की और पई, चितवत रहे उठ गौर, नानक हसी गल परी। चितवत रहे उठ गौर, नानक हसी गल परी। वाहिगुरु जी का खालसा, वाहिगुरु जी की फतेह। परम सन्मानयोग गुरु प्यारी गुरु सवारी साध संगत जीओ, सतगुरां दी अपार कृपा बख्शिश रहमत सदका आप सारे अमृत वेले दे पावन दीवाना अंदर हाजरियां लगा रहे हो। संस्कारयोग भाई साहब पासों आशा की वार की पावन बाणी का कीर्तन बड़े प्यार नाल आपने श्रवण कीता। आओ समा है गुरमत विचारां दा। धन गुरु श्री गुरु तेग बहादुर महाराज पातशाह जी के 400 साला प्रकाश गुरमुख रखते हैं। ਆਪਾਂ ਲੜੀਵਾਰ ਤੋਂ ਸਾਹਿਬਾਂ ਦੇ ਪਾਵਨ ਸ਼ਲੋਕਾਂ ਦੇ ਵਿਚਾਰ ਸਾਂਝੀ ਪਿਛਲੇਰੇ ਸਮੇਂ ਤੋਂ ਕਰ ਰਹੇ ਹਾਂ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਵੀ ਕਹਿੰਦੇ ਹਾਂ। ਸਮਾਪਤੀ ਵੇਲੇ ਇਹਨਾਂ ਸ਼ਲੋਕਾਂ ਨੂੰ ਗਾਇਨ ਕੀਤਾ ਜਾਂਦਾ ਹੈ। ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਨੰਬਰ 37 ਅਤੇ 38 ਆਪ ਜੀ ਨੇ ਸ਼੍ਰਵਣ ਕੀਤਾ ਹੈ। ਇਸ ਅੰਦਰ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਹੇ ਮਨ ਰੂਪੀ ਮਿੱਤਰ, ਸਦਾ ਹੀ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ, ਸਦਾ ਹੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਅਤੇ ਉਸ ਮੋਹ ਵਿੱਚ ਫਸ ਕੇ ਤੂੰ ਫਿਰ ਬਾਹਰ ਨਿਕਲ ਨਹੀਂ ਸਕਦਾ, ਬਾਹਰ ਨਿਕਲ ਨਹੀਂ ਪਾਉਂਦਾ। ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ ਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਨੂੰ ਸੁਚੇਤ ਕਰਦੇ। ਰਹਿਰਾਸ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹਾਂ ਤੇ ਮਹਾਰਾਜ ਦਾ ਇੱਕ ਬਚਨ ਹੁੰਦਾ ਹੈ, ਸਭ ਕਿਰਪਾ ਕਰਦੇ ਨੇ, ਤਿਤ ਸਰ ਵਰਣੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਮਹਾਰਾਜ ਕਹਿ ਲਗੇ ਭਲਿਆ ਸਾਡਾ ਵਾਸਾ ਪਤਾ ਕਿੱਥੇ ਹੈ, ਅਸੀਂ ਰਹਿੰਦੇ ਕਿੱਥੇ ਆ। ਮਹਾਰਾਜ ਕਹਿ ਲਗੇ
ਇੱਕ ਭਿਆਨਕ ਸਰੋਵਰ ਹੈ, ਬਹੁਤ ਵੱਡਾ ਭਿਆਨਕ ਸਰੋਵਰ। ਤਿਤ ਸਰਵਰਣ ਹੈ, ਸਰਵਰ ਸਰੋਵਰ, ਸਰਵਰਣ ਹੈ, ਇਹ ਬੜਾ ਭਿਆਨਕ ਸਰੋਵਰ। ਮਾਰਜ ਕਹਿ ਲਗੇ ਇੱਕ ਐਸਾ ਸਰੋਵਰ ਜਿਹੜਾ ਬੜਾ ਭਿਆਨਕ ਹੈ। ਤਿਤ ਸਰਵਰਣ ਹੈ, ਭਈ ਨੇ ਨਿਵਾਸਾ, ਜਿੱਥੇ ਸਾਡਾ ਨਿਵਾਸ ਹੈ। ਪਾਣੀ ਪਾਵਕ ਤਿਨਹਿ ਕੀਆ, ਪਰ ਕਮਾਲ ਦੀ ਗੱਲ ਹੈ ਉੱਥੇ ਪਾਣੀ ਨਹੀਂ ਹੈਗਾ। ਸਰੋਵਰ ਦਾ ਸੰਬੰਧ ਪਾਣੀ ਨਾਲ ਹੁੰਦਾ ਹੈ। ਮਾਰਜ ਕਹਿ ਲਗੇ ਇਸ ਭਿਆਨਕ ਸਰੋਵਰ ਦੇ ਵਿੱਚ ਪਾਣੀ ਨਹੀਂ, ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੀ ਅੱਗ ਹੈ। ਪਾਣੀ ਪਾਵਕ ਇਹਨੇ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ। ਪੰਕ ਕਹਿੰਦੇ ਨੇ ਚਿੱਕੜ ਨੂੰ। ਕਹਿ ਲਗੇ ਪੰਕਜ ਮੋਹ, ਮੋਹ ਦਾ ਚਿੱਕੜ ਐਸਾ ਹੈ, ਪੱਗ ਨਹੀਂ ਚੱਲੈ, ਮੇਰੇ ਕਦਮ ਅੱਗੇ ਨਹੀਂ ਤੁਰਦੇ। ਵੇਖੋ ਚਿੱਕੜ ਇੱਕ ਦਲਦਲ ਐਸੀ ਚੀਜ਼ ਹੁੰਦੀ ਹੈ, ਬੰਦਾ ਫਸ ਜਾਵੇ ਨਾ ਤੇ ਇੱਕ ਪੈਰ ਉਤਾਂ ਨੂੰ ਖਿੱਚਣ ਦਾ ਯਤਨ ਕਰੇਗਾ, ਦੂਜਾ ਹੋਰ ਥੱਲੇ ਚਲਾ ਜਾਵੇ। ਦੂਜੇ ਨੂੰ ਖਿੱਚਣ ਦਾ ਯਤਨ ਕਰੇਗਾ, ਪਹਿਲਾ ਫਿਰ ਹੋਰ ਥੱਲੇ ਚਲਾ ਜਾਵੇਗਾ। ਮਨੁੱਖ ਯਤਨ ਤੇ ਕਰਦਾ ਮੈਂ ਨਿਕਲਾਂ ਬਾਹਰ, ਪਰ ਉਹ ਉਸ ਦਲਦਲ ਦੇ ਵਿੱਚ ਫਸਦਾ ਹੀ ਚਲਾ ਜਾਂਦਾ ਹੈ, ਫਸਦਾ ਹੀ ਚਲਾ ਜਾਂਦਾ ਹੈ ਤੇ ਉਹਦੇ ਵਿੱਚ ਹੀ ਅੰਤ ਹੋ ਜਾਂਦਾ ਹੈ। ਮਾਰਜ ਕਹਿ ਲਗੇ ਤੂੰ ਭਿਆਨਕ ਸਰੋਵਰ ਵਿੱਚ ਤੇਰਾ ਵਾਸਾ ਹੋਇਆ ਪਿਆ, ਜਿੱਥੇ ਤ੍ਰਿਸ਼ਨਾ ਦੀ ਅੱਗ ਹੈ, ਮੋਹ ਦਾ ਚਿੱਕੜ ਹੀ ਚਿੱਕੜ ਹੈ। ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀ ਅਲੀ। ਮੈਂ ਵੇਖਦਾ ਪਿਆ ਸਾਰਾ ਸੰਸਾਰ ਇਸ ਮੋਹ ਰੂਪੀ ਚਿੱਕੜ ਦੇ ਵਿੱਚ ਡੁੱਬਦਾ ਹੀ ਜਾ ਰਿਹਾ। ਹੁਣ ਮਨੁੱਖ ਤੇ ਯਤਨ ਕਰਦਾ ਵੀ ਬਾਹਰ ਨਿਕਲਾਂ, ਪਰ ਨਿਕਲੇ ਕਿਵੇਂ? ਉਹਨਾਂ ਚਿਰ ਨਿਕਲ ਨਹੀਂ ਸਕਦਾ ਜਿੰਨਾ ਚਿਰ ਨੂੰ ਕੋਈ ਬਾਹ ਤੋਂ ਬਾਹ ਫੜ ਕੇ ਕੱਢਣ ਵਾਲਾ ਨਾ ਹੋਵੇ। ਔਰ ਇੱਕ ਗੱਲ ਹੋਰ ਧਿਆਨ ਰੱਖਿਓ, ਬਾਹ ਵੀ ਇੱਕ ਨੂੰ ਫੜਾਇਓ। ਜੇ ਇੱਕ ਬਾਹ ਇੱਕ ਨੂੰ ਫੜਾ ਲਈ ਤੇ ਦੂਜੀ ਬਾਹ ਦੂਜੇ ਨੂੰ ਫੜਾ ਲਈ, ਉਹਨੇ ਇੱਧਰ ਖਿੱਚਣਾ ਤੇ ਇੱਕ ਨੇ ਇੱਧਰ ਖਿੱਚਣਾ, ਨਿਕਲ ਫਿਰ ਨਹੀਂ ਸਕਣਾ। ਹੋ ਸਕਦਾ ਬੰਦਾ ਅੰਤੀ ਹੋ ਜਾਵੇ। ਇੱਕ ਨੂੰ ਬਾਹ ਫੜਾਈ ਜਿਹੜਾ ਖਿੱਚੇ ਤੇ ਬਾਹਰ ਕੱਢ ਦੇਵੇ ਤੇ ਹੋਵੇ ਇਨਸਾਫ ਕਰਨ ਵਾਲਾ। ਮਾਰਜ ਕਹਿਣ ਲੱਗੇ ਜੇ ਤੂੰ ਗੁਰੂ ਨੂੰ ਬਾਹ ਫੜਾਵੇਂਗਾ ਨਾ ਤੇ ਗੁਰੂ ਤੈਨੂੰ ਮੋਹ ਦੇ ਚਿੱਕੜ ਦੇ ਵਿੱਚ ਅੰਦਰ ਜਾਣ ਨਹੀਂ ਦੇਵੇਗਾ, ਬਲਕਿ ਤੈਨੂੰ ਬਾਹਰ ਕੱਢ ਲਵੇਗਾ। ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਸਾਹਿਬ ਨੇ ਬੜੀ ਕਿਰਪਾ ਕੀਤੀ। ਕਹਿ ਲੱਗੇ ਜਿੱਥੇ ਪੰਜ ਵਕਾਰ ਬੰਦੇ ਅੰਦਰ ਨੇ ਨਾ, ਪੰਜਾਂ ਵਿੱਚੋਂ ਤਾਕਤਵਰ ਮੋਹ ਵੀ ਹੈ। ਵੇਖੋ ਜਿਹੜਾ ਕਾਮ ਹੈ, ਕ੍ਰੋਧ ਹੈ, ਹੰਕਾਰ ਹੈ, ਲੋਭ ਹੈ, ਇਹਨਾਂ ਦਾ ਅਸਰ ਕੁਝ ਸਮੇਂ ਤੱਕ ਰਹਿੰਦਾ ਹੈ। ਮੋਹ ਦਾ ਨਾਤਾ ਤੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਪਰ ਜਿਵੇਂ ਬੰਦੇ ਦੇ ਅੰਦਰ ਮਮਤਾ ਵਧਦੀ ਜਾਂਦੀ ਹੈ, ਮਮਤਾ ਵਧਦੀ ਜਾਂਦੀ, ਉਵੇਂ ਉਵੇਂ ਫਿਰ ਇਹ ਉਸ ਚਿੱਕੜ ਦੇ ਵਿੱਚ ਫਸਦਾ ਜਾਂਦਾ ਪਹਿਲੇ ਦਿਨ ਤੋਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੈਂ ਤੇ ਹੈਰਾਨ ਹੁੰਦਾ, ਮਹਾਰਾਜ ਸਾਨੂੰ ਰੋਜ਼ ਹੀ ਬਾਣੀ ਵਿੱਚ ਸਮਝਾਉਂਦੇ ਨਹੀਂ, ਭੁੱਲ ਜਾਂਦੇ। ਇੱਕ ਤੇ ਹੋਵੇ ਨਾ ਬੰਦੇ ਨੂੰ ਕਦੀ ਸਾਲ ਮਹੀਨੇ 6 ਮਹੀਨੇ ਸਾਲ ਬਾਅਦ ਬੰਦੇ ਨੂੰ ਸਮਝਾਇਆ ਜਾਵੇ, ਪਰ ਨਹੀਂ, ਸਾਡੇ ਤੇ ਨਿਤਨੇਮ ਵਿੱਚ ਹੈ। ਜਿਹੜੀ ਚੀਜ਼ ਨੇਮ ਵਿੱਚ ਗੁਰੂ ਨੇ ਦੱਸੀ ਹੋਵੇ ਤੇ ਬੰਦਾ ਉਹਨੂੰ ਵਿਸਰਿਆ ਫਿਰਦਾ ਹੋਵੇ ਤੇ ਹੈਰਾਨੀ ਵਾਲੀ ਗੱਲ ਹੋਵੇਗੀ। ਬੰਦਾ ਆਖੇ ਵੀ ਜੋ ਕਥਾ ਕੀਤੀ ਹੋਵੇ ਕੋਈ 6 ਮਹੀਨੇ ਬਾਅਦ ਕੀਤੀ, ਕੋਈ ਸਾਲ ਬਾਅਦ ਕੀਤੀ ਹੋਵੇਗੀ, ਸ਼ਬਦ ਪੜਿਆ ਹੋਵੇਗਾ ਰਾਗੀ ਸਿੰਘਾਂ ਨੇ, ਜਾਂ ਕਦੀ ਅਖੰਡ ਪਾਠ ਸਾਹਿਬ ਚੱਲਦਾ ਹੋਇਆ, ਕਦੀ ਸ਼ਬਦ ਨਹੀਂ ਸੁਣਿਆ, ਕਦੀ ਸ਼ਬਦ ਆ ਗਿਆ, ਕੋਈ ਸਹਿਜ ਪਾਠ ਕਰਦੇ ਆ ਗਿਆ। ਪਰ ਇਹ ਤਾਂ ਨਿਤਨੇਮ ਵਿੱਚ ਆਉਂਦੀ, ਰੋਜ਼ ਦੀ ਸਾਡੀ ਜ਼ਿੰਦਗੀ ਨੇਮ ਵਿੱਚ ਆਪਾਂ ਜੋ ਪੜ੍ਹਦੇ ਆ ਬਾਣੀ, ਉਹਦੇ ਵਿੱਚ ਬਚਨ ਆਉਂਦੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਲਗੇ ਮੋਹ ਮਾੜਾ ਨਹੀਂ। ਮੋਹ ਦਾ ਬੱਝਾ ਹੋਇਆ ਸੰਸਾਰ ਦੇ ਵਿੱਚ ਜੀਵ ਇੱਕ ਦੂਜੇ ਵਾਸਤੇ ਕੁਝ ਕਰਨ ਲਈ ਤਿਆਰ ਹੁੰਦਾ ਹੈ। ਮੋਹ ਨਾ ਹੋਵੇ ਤੇ ਕਦੀ ਮਾਂ-ਬਾਪ ਆਪਣੇ ਬੱਚੇ ਦੀ ਸੰਭਾਲ ਨਾ ਕਰਨ, ਮੋਹ ਨਾ ਹੋ ਤੇ ਕਦੀ ਬੱਚੇ ਆਪਣੇ ਮਾਂ-ਬਾਪ ਦੀ ਸੰਭਾਲ ਨਾ ਕਰਨ, ਮੋਹ ਨਾ ਹੋਵੇ ਤੇ ਸੰਸਾਰ ਦੇ ਵਿੱਚ ਕਦੀ ਵੀ ਮਨੁੱਖ ਅੱਗੇ ਕਦੀ ਵੀ ਵਧੇ ਨਾ ਕਿਸੇ ਲਈ।
कोई कारज ही ना करे। ये मोह ही है जिहड़ा सानू सवेरे ये ठा के मजबूर करता है ते असीं काम धंधिਆਂ ते जाते हैं तो फिर शाम को वापस मोह ही सानू लैके आउंदा अपने घरां दे विच। वो भावें बच्चियां दा कह लो, पति पत्नी का कह लो, माँ बाप का कह लो, परिवार का कह लो, पर है ये मोह ही है। मोह माड़ा नहीं सी, पर मोह असल दे विच जदों मनुख परमात्मा नूं भुल गया उदों ये माड़ा हो गया। मोह माड़ा नहीं सी। मोह कदों माड़ा होया? जदों रब भुल गया। गुरु अमरदास पातशाह जी आखदे ने मोह बिल्कुल भी माड़ा नहीं, बिल्कुल भी, क्योंकि जिहड़ी रब ने चीज़ दी है वो कभी माड़ी नहीं हो सकती। गुरुदेव ने बड़ी कृपा की रब्बी बाणी विच महाराज आखदे ने ये माया मोहनी जिन एक भरम भुलाया। ये माया बड़ी मोह लैण वाली आ जिहड़ी बंदे नूं भरम दे विच पा दिंदी, भुलेखे विच पा दिंदी। ये माया मोहनी जिन एक भरम भुलाया, माया तो मोहनी तिन्हें कीती जिठ गौली लाई। ये माया मोहनी किन्ने बंदे नूं दित्ती है? ये ठग बूटी किन्ने दी? अकाल पुरख परमात्मा ने। ये मोह रूपी जिहड़ा वकार मनुख दे अंदर किन्ने पाया? रब ने पाया पहले दिन तो। पर नाल ये भी वचन कहता, कुर्बान कीता तिसै विटों जिन मोह मिठा लाया। मैं कुर्बान जाना उस अकाल पुरख तो जिन्हें मोह ये मीठा मैनू ला दिता है। मोह बड़ा मिठा जी, बहुत मिठा, बड़ा मिठा है मोह। पर महाराज कह लगे तू मोह नाल ना जुड़, बल्कि मोह पैदा करने वाले अकाल पुरख नाल जुड़ना था, परमेश्वर नाल जुड़ना था। मोह नाल साझ ना पा, बल्कि साझ उस नाल पा जिन्हें पैदा किया है। जिन्हें मोह मीठा लाया है तो उस अकाल पुरख नाल जुड़ना था। अच्छा, मोह का एक होर भी रूप है दूजा, वो है प्रेम, प्यार। मोह प्रेम बन जाए तो बड़ी वड्डी गल बन जाती, फिर समझो जीवन सफला हो गया संसार में। पहला आप एक होर वचन विचार लेने गुरु अमरदास पातशाह जी ने साहब आखदे ने, कह लगे जिदन तेरा जन्म होया तो लोगों ने बड़ी खुशी मनाई है। वो भी भाना ही, हालांकि मनुख इस गल तो बड़ा घबरा जाता है कि जे कोई चढ़ाई कर जाए तो शब्द बंदा भाना वरते तो कोई गल नहीं, पर जे किसी का जन्म हो जाए तो बंदा शब्द वरते भी रब का भाना है तो बंदा नाराज हो जाता भी शब्द क्यों वरते इतने। गुरु अमरदास पातशाह जी ने वरतते हैं। साहब आखते ने जां तिस भाना तां जम्मिया, जे भाने विच मौत है तो भाने विच जन्म भी है। उनके हुक्म तो बिना मेरा जन्म नहीं हो सकता, उनके भाने तो बिना जन्म नहीं हो सकता। भाना शब्द बड़ा वधिया शब्द है, असीं इहनूं केवल जदों कोई चढ़ाई कर जाता उहदे नाल ही जोड़िया है। वैसे भाना शब्द जिहड़ा साडे जीवन का एक अंग होना चाहिए है। दुख होवे, सुख होवे, खुशी होवे, गमी होवे, हर वेले सानू रब दा भाना मनना चाहिए है। हर वेले भाना मनने का मतलब यह है उसकी आग्या विच तुरना, उसकी रजा विच तुरना। भाव जो मालक को चंगा लगे उन्हें स्वीकार कर लेना, इनू कहते हैं भाना मनना। पर यह मैं कह रहा पर औखा बड़ा जी, ये मैं भी शब्द कह आप जी ने भी सुन लिया, पर भाना मनना बड़ा औखा है। जदों मनण की गल आउंदी है ना, उदों फिर जदों मनना पैंदा फिर बड़ा औखा होता है। गुरु अर्जन देव पातशाह जी पूछ के वेखो भाना किवें तुत्ती तवी ते बह के मनिया जाता है। पूछ के वेखो, हम कुछ दिनों बाद फिर शहीदी दिहाड़ा आना है, जदों समय का जालम भी तपिया होवे जां कि चंदू भी तपिया होवे, महीना भी जेठ का तपिया होवे, हवावां तपियां वग रही ने, लू वगदी है, उत्तों जेड़ा गुरदिता भड़पूंजा रेत पाउण वाला जलाद वो भी तपिया, कड़िशा भी तपिया, पानी भी तपिया सी, रेता भी तपी है, तवी भी तपी, अग भी तपी हुई है, सारा कुछ तपिया होया है। पर तपे हुए तवी उत्ते बैठा होया भाना मनण वाला केवल सतगुरु धन गुरु गुरु अर्जन देव पातशाह जी अंदरों शीतलता ना भरे, पर किवें भरे ने? भाना मन रहे। इत्थे कोई गिला शिकवा नहीं, इत्थे कोई नाराजगी नहीं, फिर रब तू मेरे नाल ते चंगा नहीं कीता,
ਸਾਡੇ ਨਾਲ ਕੋਈ ਥੋੜਾ ਜਿਹਾ ਕੁਝ ਹੋ ਜਾਵੇ ਅਸੀਂ ਉਸੇ ਵੇਲੇ ਦੌੜ ਪੈਂਦੇ ਹਾਂ, ਮਾਲਕ ਨੇ ਸਾਡਾ ਚੰਗਾ ਨਹੀਂ ਕੀਤਾ। ਰੱਬ ਦਾ ਭਾਣਾ ਸਿੱਖੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖੋ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਤਾਂ ਵੀ ਭਾਣਾ ਮੰਨ ਲਿਆ। ਪਿਤਾ ਅੱਖਾਂ ਦੇ ਸਾਹਮਣੇ ਗਿਆ ਚਾਂਦਨੀ ਚੌਕ ਤਾਂ ਵੀ ਭਾਣਾ ਮੰਨ ਲਿਆ। ਆਨੰਦੀਪੁਰੀ ਛੱਡਣੀ ਪਈ ਤਾਂ ਵੀ ਭਾਣਾ ਮੰਨ ਲਿਆ। ਸਰਸਾ ਨਦੀ ਤੇ ਵਿਛੋੜਾ ਹੋਇਆ ਤਾਂ ਵੀ ਭਾਣਾ ਮੰਨ ਲਿਆ। ਜੇ ਛੋਟੇ ਸਾਹਿਬਜ਼ਾਦੇ ਮਾਤਾ ਸ਼ਹੀਦ ਹੋ ਗਈ ਤਾਂ ਵੀ ਭਾਣਾ ਮੰਨ ਲਿਆ। ਇਹ ਸਾਰਾ ਕੁਝ ਸਾਨੂੰ ਭਾਣਾ ਮੰਨਣ ਦੀ ਜਾਚ ਸਿਖਾਉਂਦੇ। ਜੇ ਤੂੰ ਸ਼ੁਰੂ ਤੋਂ ਹੀ ਇਹ ਸ਼ਬਦ ਨੂੰ ਕਮਾ ਲਵੇਂ ਭਾਣੇ ਨੂੰ, ਤਾਂ ਤੇਰੇ ਜੀਵਨ ਵਿੱਚ ਇੱਕ ਬਦਲਾਵ ਆਵੇਗਾ, ਤਬਦੀਲੀ ਆਵੇਗੀ। ਮਹਾਰਾਜ ਕਿਰਪਾ ਕਰਦੇ ਨੇ, ਜਾਂ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਿੱਦਣ ਮਾਲਕ ਦਾ ਭਾਣਾ ਹੋਇਆ, ਤੇਰਾ ਜਨਮ ਹੋਇਆ ਸੀ, ਜਿੱਦਣ ਜਨਮ ਹੋਇਆ ਤੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ। ਪਰ ਜਿੱਦਣ ਤੂੰ ਇਸ ਸੰਸਾਰ ਦੇ ਵਿੱਚ ਆਇਆ, ਪਰਿਵਾਰ ਦੀ ਖੁਸ਼ੀ ਤੂੰ ਵੇਖੀ, ਭਾਵ ਜਿਵੇਂ ਹੀ ਮਾਂ ਦੀ ਮਮਤਾ ਵੇਖੀ, ਭੈਣ ਭਰਾਵਾਂ ਦਾ ਪਿਆਰ ਵੇਖਿਆ, ਪਿਤਾ ਦਾ ਮੋਹ, ਇਸੇ ਤਰ੍ਹਾਂ ਹੌਲੀ 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 ਜਿਵੇਂ ਤੂੰ ਹੋਸ਼ ਸੰਭਾਲੀ, ਮੋਹ ਦੀ ਪਕੜ ਵੱਧਦੀ ਗਈ। ਕਿਵੇਂ ਵੱਧਦੀ ਗਈ? ਮਾਂ ਮੇਰੀ, ਬਾਪ ਮੇਰਾ, ਭੈਣ ਭਰਾ ਮੇਰੇ, ਚਾਚੇ ਤਾਏ ਮੇਰੇ, ਆ ਘਰ ਮੇਰਾ, ਗੱਡੀ ਮੇਰੀ, ਦੌਲਤ ਮੇਰੀ, ਹਰ ਚੀਜ਼ ਉੱਤੇ ਇਹ ਆਪ ਕਾਬਜ਼ ਹੋਣਾ ਸ਼ੁਰੂ ਹੋ ਗਿਆ। ਹੁਣ ਜਿੱਦਣ ਦਾ ਜਨਮ ਹੋਇਆ ਤਾਂ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਪਰ ਵਰਤਾਇਆ, ਮਾਇਆ ਨੇ ਖੇਡ ਵਰਤਾ ਲਈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾ। ਇਹ ਮਾਇਆ ਨੇ ਇੱਕ ਮੋਹ ਪੈਦਾ ਕਰ ਦਿੱਤਾ ਤੇ ਉਸ ਮੋਹ ਨੇ ਸੰਸਾਰ ਦਾ ਪਿਆਰ ਪੈਦਾ ਕਰ ਦਿੱਤਾ। ਮੈਂ ਸ਼ਬਦ ਵਰਤਿਆ ਸੀ, ਇੱਕ ਹੈ ਮੋਹ ਤੇ ਦੂਜਾ ਹੈ ਪ੍ਰੇਮ, ਪਿਆਰ। ਮੋਹ ਦਾ ਦਾਇਰਾ ਬਹੁਤ ਛੋਟਾ ਹੁੰਦਾ ਹੈ। ਮੋਹ ਦਾ ਦਾਇਰਾ ਬਹੁਤ ਛੋਟਾ ਹੈ। ਮੋਹ ਦਾ ਦਾਇਰਾ ਕਿੱਥੋਂ ਤੱਕ ਹੈ? ਆਪਣੇ ਪਰਿਵਾਰ ਤੱਕ ਸੀਮਤ। ਜਦੋਂ ਬੰਦਾ ਮੋਹ ਵਿੱਚ ਫਸ ਕੇ ਕੋਈ ਕਰਮ ਕਮਾਉਂਦਾ ਹੈ ਨਾ, ਫਿਰ ਉਦੋਂ ਨੂੰ ਚੰਗੇ ਤੇ ਮੰਦੇ ਦੀ ਸਮਝ ਨਹੀਂ ਹੁੰਦੀ। ਬਾਬਾ ਕਬੀਰ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ। ਬਾਬਾ ਕਬੀਰ ਜੀ ਆਖਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੇ। ਤੂੰ ਬੜੇ ਗਲਤ ਤਰੀਕਿਆਂ ਦੇ ਨਾਲ ਧਨ ਇਕੱਠਾ ਕਰਕੇ ਲਿਆਉਣਾ ਹੈ, ਤੇ ਇਹ ਤੂੰ ਧਨ ਲਿਆਉਣਾ ਕਿਉਂ ਹੈ? ਤੇ ਜਿਹਨੇ ਚੋਰੀ ਕੀਤੀ, ਝੂਠ ਬੋਲੇ, ਠੱਗੀਆਂ ਕੀਤੀਆਂ, ਦੂਜੇ ਦੇ ਹੱਕ ਮਾਰੇ, ਕਤਲ ਕੀਤੇ, ਗੁਨਾਹ ਕੀਤੇ, ਬੜੇ ਹੋਰ ਕਰਮ ਕੀਤੇ, ਤੇ ਜਦੋਂ ਮਾੜੇ ਤਰੀਕਿਆਂ ਨਾਲ ਦੌਲਤ ਘਰ ਲੈ ਕੇ ਆਇਆ, ਤੈਨੂੰ ਪੁੱਛਿਆ ਵੀ ਕਿਉਂ ਲੈ ਕੇ ਆਇਆ? ਉਹ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਲੈ ਕੇ ਆਇਆ। ਪਰਿਵਾਰ ਨੂੰ ਪਾਲਣ ਵਾਸਤੇ ਤਾਂ ਚੰਗਾ ਤਰੀਕਾ ਵੀ ਅਪਣਾਇਆ ਜਾ ਸਕਦਾ, ਪਰ ਇੱਕ ਮਾਇਆ ਦਾ ਔਗਣ ਨੇ ਮਾਰ ਜਾਦੇ ਨੇ, ਪਾਪਾਂ ਬਾਝੋਂ ਹੋਵੇ ਨਾ ਹੀ ਹੋਇਆ ਸਾਥ ਨਾ ਜਾਈ। ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਤੇ ਸੱਚ ਇਹ ਮਰਨ ਲੱਗੇ ਨਾਲ ਵੀ ਨਹੀਂ ਜਾਂਦੀ। ਪਾਪ ਵੀ ਕਰਾ ਦਿੰਦੀ ਏ ਤੇ ਨਾਲ ਵੀ ਜਾਣ ਲਈ ਤਿਆਰ। ਜਾਂ ਚ ਹੋਏ ਵੀ ਬੰਦੇ ਨੇ ਇਹਨੇ ਪਾਪ ਕੀਤੇ ਵੀ ਨਾਲ ਤੁਰ ਪਵੇ, ਇਹ ਨਾਲ ਵੀ ਨਹੀਂ ਜਾਂਦੀ, ਤੇ ਪਾਪ ਗੁਨਾਹ ਵੀ ਬੰਦੇ ਤੋਂ ਕਰਾ ਦਿੰਦੀ। ਔਰ ਬੰਦਾ ਸਾਰੀ ਜ਼ਿੰਦਗੀ ਭੱਜ ਦੌੜ ਕਰਦਾ ਹੀ ਰਹਿੰਦਾ, ਕਰੀ ਜਾਂਦਾ। ਕਿਸੇ ਤਦੀਬ ਨੇ ਬੜੇ ਪਿਆਰੇ ਬੋਲ ਲਿਖੇ ਨੇ। ਉਹ ਕਹਿੰਦਾ, ਕਦੀ ਤੁਸੀਂ ਚੂਹੇ ਵੱਲ ਵੇਖਿਓ, ਵਿਚਾਰਾ ਬੜੀ ਮਿਹਨਤ ਕਰਦਾ। ਚੂਹਾ ਜਿਉਂ ਖੁੱਡ ਨੂੰ ਪੁੱਟਣਾ ਸ਼ੁਰੂ ਕਰਦਾ ਹੈ, ਤੇ ਉਹ ਧਰਤੀ ਨੂੰ ਪੁੱਟ ਕੇ ਵਿਚਾਰਾ ਰਹਿਣ ਵਾਸਤੇ ਘਰ ਬਣਾਉਂਦਾ, ਤੇ ਜਦੋਂ ਰਹਿਣ ਦਾ ਸਮਾਂ ਆਉਂਦਾ, ਸੱਪ ਆ ਕੇ ਵਿੱਚ ਰਹਿਣ ਲੱਗ ਪੈਂਦਾ। ਕਹਿ ਲਗੇ ਇੱਕ ਮਾਲੀ ਵਿਚਾਰਾ ਨਿੱਕੇ ਨਿੱਕੇ ਬੂਟਿਆਂ ਨੂੰ ਲਾਉਂਦਾ, ਉਹਨਾਂ ਦੀ ਸੰਭਾਲ ਕਰਦਾ, ਖਾਦ ਪਾਉਂਦਾ, ਪਾਣੀ ਪਾਉਂਦਾ, ਉਹਨਾਂ ਦੀ ਦੇਖ ਰੇਖ ਕਰਦਾ। ਜਦੋਂ ਉਹਨਾਂ ਦੀ ਜਿਹੜੀ ਫੁੱਲ ਲੱਗਦੇ ਨੇ, ਸੁਗੰਧੀ ਦਾ ਵੇਲਾ ਹੁੰਦਾ, ਤੇ ਭੌਰੇ ਆ ਕੇ ਸੁਗੰਧੀ ਦਾ ਆਨੰਦ ਲੈ ਜਾਂਦੇ। ਇਸੇ ਤਰ੍ਹਾਂ ਕਹਿ ਲਗੇ ਇੱਕ ਮਨੁੱਖ ਉਹ ਜਿਹੜਾ ਦੌਲਤ ਇਕੱਠੀ ਕਰਦਾ, ਜੋੜ ਰਿਹਾ, ਜੋੜੀ ਜਾ ਰਿਹਾ, ਜੋੜੀ ਜਾ ਰਿਹਾ, ਜੋੜੀ ਜਾ ਰਿਹਾ, ਮੋਹ ਮਮਤਾ ਵਿੱਚ ਫਸ ਕੇ, ਤੇ ਕਹਿ ਲਗੇ ਜਦੋਂ ਲੋੜ ਆਈ ਖਰਚ ਕਰਨ ਦੀ, ਤੇ ਉਦੋਂ ਕੋਈ ਹੋਰ ਹੀ ਲੈ ਕੇ ਤੁਰ ਪਿਆ। ਉਹਨੇ ਬੜਾ ਪਿਆਰਾ ਬਚਨ ਲਿਖਿਆ ਦੀਪ ਨੇ। ਉਹ ਕਹਿੰਦਾ, ਖੋਜਤ ਖੋਜਤ ਮੂਸਾ ਮਰ ਗਿਆ, ਮੌਜ ਲਈ ਕੋ ਜੰਗੇ ਨੇ। ਮਰ ਗਿਆ ਚੂਹਾ ਖੁੱਡ ਪੁੱਟਦਾ, ਮਿਹਨਤ ਕਰਦਾ ਤੇ ਮੌਜ ਲੈ ਗਿਆ, ਸੱਪ ਨਾਲ ਖੁੱਡ ਪੁੱਟਣੀ ਤੇ ਘਰ ਵਿੱਚ ਮਿਲ ਗਿਆ। ਸਿੰਚਤ ਸਿੰਚਤ ਮਾਲੀ ਮਰ ਗਿਆ, ਮੌਜ ਲਈ ਔਰੰਗੇ ਨੇ। ਵਿਚਾਰਾ ਮਾਲੀ ਮਰ ਗਿਆ, ਪਾਣੀ ਲਾਉਂਦਾ, ਸਾਂਭ ਸੰਭਾਲ ਕਰਦਾ,
ਤੇ ਆਨੰਦ ਕੌਣ ਲੈ ਗਿਆ? ਭੌਰਾ। ਭੌਰਾ ਆਇਆ ਤੇ ਸੁਗੰਧੀ ਲੈ ਕੇ ਉਡਾਰੀ ਮਾਰ ਕੇ ਤੁਰ। ਆਨੰਦ ਭੌਰੇ ਨੂੰ ਮਿਲ ਗਿਆ। ਜੋੜਤ ਜੋੜਤ ਕਿਰਪਨ ਮਰ ਗਿਆ, ਮੌਜ ਲਈ ਵਰਤੰਗੇ। ਸਾਰੀ ਜ਼ਿੰਦਗੀ ਜੋੜਦਾ ਜੋੜਦਾ ਬੰਦਾ ਮਰ ਜਾਂਦਾ ਹੈ ਤੇ ਮੌਜ ਉਹ ਲੈ ਜਾਂਦਾ ਜਿਹੜਾ ਉਹਨੂੰ ਵਰਤ ਗਿਆ, ਜਿਹਨੇ ਵਰਤ ਲਈ। ਜੇ ਬੰਦੇ ਨੇ ਆਪ ਕਮਾ ਕੇ ਨਹੀਂ ਵਰਤੀ ਤੇ ਫਿਰ ਉਹਦਾ ਲਾਭ ਕੀ ਹੋਇਆ? ਮਿਹਨਤ ਵੀ ਕੀਤੀ, ਸਮਾਂ ਵੀ ਗਵਾਇਆ, ਪਰ ਖੱਟਿਆ ਵੀ ਕੁਛ ਨਹੀਂ। ਤੇ ਜਿਹਨੇ ਵਰਤ ਲਈ ਮੌਜ ਉਹ ਲੈ ਗਿਆ। ਅਖੀਰ ਉਹ ਬੜੇ ਪਿਆਰੇ ਬੋਲੇ ਹੁੰਦੇ, ਕਹਿੰਦਾ ਦੁਨੀਆ ਧੰਦੇ ਖੱਪ ਖੱਪ ਮਰ ਗਈ, ਮੌਜ ਲਈ ਸਤਸੰਗੇ ਦੀ। ਦੁਨੀਆ ਸੰਸਾਰ ਦੇ ਧੰਦਿਆਂ ਵਿੱਚ ਖੱਪ ਖੱਪ ਕੇ ਮਰ ਗਈ, ਵੀ ਆਹ ਕਰ ਲਈਏ, ਇਸ ਤਰ੍ਹਾਂ ਕਰ ਲਈਏ, ਆਹ ਇਕੱਠਾ ਕਰ ਲਈਏ, ਐਵੇਂ ਕਰ ਲਈਏ। ਕਹਿ ਲਗੇ ਜਿਹਨੇ ਸਤਸੰਗ ਕਰ ਲਿਆ ਉਹ ਕਹਿ ਲਗੇ ਜੀਵਨ ਦਾ ਆਨੰਦ ਲੈ ਕੇ ਚਲਾ ਗਿਆ। ਉਹਨੇ ਸੰਸਾਰ ਦੀ ਘਾੜ ਵੀ ਕਰ ਲਈ, ਕਰਤ ਵੀ ਕਰ ਲਈ, ਨਾਮ ਵੀ ਜਪ ਲਿਆ, ਦੋਵੇਂ ਕਾਰਜ ਕਰ ਲਏ, ਬੰਦਗੀ ਵੀ ਕਰ ਲਈ ਤੇ ਸੰਸਾਰ ਦਾ ਆਪਣਾ ਜੀਵਨ ਵੀ ਨਿਰਵਾਹ ਕਰ ਲਿਆ, ਜੀਵਨ ਦਾ ਆਨੰਦ ਲੈ ਕੇ ਚਲਾ ਗਿਆ। ਦੁਨੀਆ ਧੰਦੇ ਖੱਪ ਖੱਪ ਮਰ ਗਈ, ਮੌਜ ਲਈ ਸਤਸੰਗੇ। ਜਿਹਨੇ ਸਤਸੰਗ ਕੀਤਾ ਉਹ ਮੌਜ ਲੈ ਗਿਆ, ਆਨੰਦ ਲੈ ਗਿਆ ਜੀਵਨ। ਸਹਿਬ ਕਿਰਪਾ ਕਰਦੇ ਨੇ, ਕਹਿ ਲਗੇ ਪਿਆਰਿਆ ਇਹ ਗੱਲ ਯਾਦ ਰੱਖੀਏ, ਪਹਿਲੇ ਦਿਨ ਤੋਂ ਹੀ ਮੋਹ ਮਿੱਠਾ ਤੈਨੂੰ ਲੱਗ ਗਿਆ। ਹੁਣ ਇਹ ਮੋਹ ਦਾ ਦਾਇਰਾ ਸਿਰਫ ਇੱਥੋਂ ਤੱਕ ਤੇ ਬਾਬਾ ਕਬੀਰ ਜੀ ਆਖਦੇ ਨੇ ਉਹਦੇ ਵਾਸਤੇ ਤੂੰ ਬਹੁਤ ਗਲਤੀਆਂ ਤੇ ਗੁਨਾਹ ਕਰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਸੋਚ ਲਈ ਗੁਨਾਹ ਕਰਨ ਤੋਂ ਪਹਿਲਾਂ, ਜੇ ਤੂੰ ਕਹਿੰਦਾ ਨਾ ਮੈਂ ਬੱਚਿਆਂ ਵਾਸਤੇ ਕਰਦਾ, ਆਪਣੇ ਘਰ ਪਰਿਵਾਰ ਵਾਸਤੇ ਕਰਦਾ, ਕੱਲ ਨੂੰ ਜਿੱਦਣ ਲੇਖਾ ਹੋਇਆ ਉਦਣ ਨਾ ਤੇਰੇ ਬੱਚਿਆਂ ਤੋਂ ਪੁੱਛਿਆ ਜਾਣਾ, ਨਾ ਤੇਰੀ ਪਤਨੀ ਤੋਂ ਪੁੱਛਿਆ ਜਾਣਾ, ਨਾ ਮਾਂ-ਬਾਪ ਤੋਂ, ਲੇਖਾ ਤੇਰੇ ਤੋਂ ਲਿਆ ਜਾਣਾ। ਵੀ ਕਰਦਾ ਤੇ ਤੂੰ ਰਿਹਾ ਨਾ, ਤੇ ਤੈਨੂੰ ਸਮਝਾਇਆ ਸੀ। ਕੀ ਸਮਝਾਇਆ ਸੀ? ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬਿਜੀ ਰਾਮ। ਇਹ ਗੱਲ ਮਹਾਰਾਜ ਸਮਝਾਈ ਸੀ ਵੀ ਜੇ ਪਾਪ ਕਮਾਏਗਾ ਤੇ ਤੇਰਾ ਕੋਈ ਸੰਗੀ ਸਾਥੀ ਨਹੀਂ ਬਣੇਗਾ। ਇਸ ਕਰਕੇ ਤੂੰ ਪਾਪ ਨਾ ਕਮਾ। ਹੁਣ ਜਦੋਂ ਮੋਹ ਦਾ ਦਾਇਰਾ ਵੇਖਿਆ ਤੇ ਬਹੁਤ ਛੋਟਾ ਹੈ। ਆਪਾਂ ਹੋਰ ਬਚਨ ਪੜ੍ਹਦੇ ਆ ਭੱਟਾਂ ਦੇ, ਉਹ ਵੀ ਬੜਾ ਬੱਚਾ ਪਿਆਰਾ ਬਚਨ ਕਰਦੇ ਨੇ, ਬਾਬਾ ਕਬੀਰ ਜੀ ਦੇ ਬਚਨਾਂ ਤੇ ਮੋਹਰ ਲਾਉਂਦੇ। ਕਹਿੰਦੇ ਵੀ ਜਦੋਂ ਅੰਦਰ ਝਾਤੀ ਮਾਰੀ ਤੇ ਪਤਾ ਲੱਗਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖਾਈ, ਮਾਇਆ ਮੋਹ ਭਰਮ ਬੈ ਭੂਲੇ, ਸੁਤ ਦਾਰਾ ਪੈ ਚਲ ਗਿਆ। ਹਾਲਤ ਸਾਡੀ ਹੁਣ ਮੋਹ ਦਾ ਦਾਇਰਾ ਇੱਕ ਸੀਮਤ ਦਾਇਰਾ, ਛੋਟਾ ਜਿਹਾ। ਜਦੋਂ ਬੰਦਾ ਮੋਹ ਵਿੱਚ ਫਸਿਆ ਹੁੰਦਾ ਨਾ, ਉਦੋਂ ਵੱਧ ਤੋਂ ਵੱਧ ਕੇਵਲ ਉਹਨਾਂ ਬਾਰੇ ਸੋਚਦਾ ਜਿਨ੍ਹਾਂ ਨਾਲ ਉਹਦਾ ਪਿਆਰ ਹੁੰਦਾ, ਮੋਹ ਹੁੰਦਾ, ਜਿਹਦੇ ਨਾਲ। ਜੇ ਮਾਂ-ਬਾਪ ਹੈ, ਬੱਚੇ ਨੇ, ਭੈਣ ਭਰਾ ਨੇ, ਮਿੱਤਰ ਨੇ, ਸੱਜਣ ਨੇ, ਬਸ ਉੱਥੋਂ ਤੱਕ। ਪਰ ਜਿੱਦਣ ਮੋਹ ਪ੍ਰੇਮ ਬਣ ਗਿਆ ਨਾ ਪਿਆਰਿਓ, ਫਿਰ ਪ੍ਰੇਮ ਦੀ ਕੋਈ ਹੱਦ ਨਹੀਂ ਹੈ, ਪਿਆਰ ਦੀ ਕੋਈ ਹੱਦ ਨਹੀਂ ਹੁੰਦੀ। ਪ੍ਰੇਮ ਦੀ, ਮੋਹ ਦੀ ਤੇ ਇੱਕ ਹੱਦ ਹੈ ਨਾ, ਸਿਰਫ ਆਪਣੇ ਪਰਿਵਾਰ ਤੱਕ ਸੀਮਿਤ ਹੁੰਦਾ ਬੰਦਾ, ਪਰ ਮੋਹ ਦੀ ਕੋਈ ਹੱਦ ਨਹੀਂ ਹੁੰਦੀ, ਕੋਈ ਲਿਮਿਟ ਨਹੀਂ ਹੁੰਦੀ। ਜਿਹੜਾ ਪ੍ਰੇਮ ਹੈ ਇਹਦੀ ਕੋਈ ਲਿਮਿਟ ਨਹੀਂ, ਮੋਹ ਦੀ ਇੱਕ ਲਿਮਿਟ ਹੈ। ਪਰ ਜਿਹੜਾ ਪ੍ਰੇਮ ਹੈ, ਪ੍ਰੇਮ ਤਾਂ ਅਸਲ ਦੇ ਵਿੱਚ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਹੈ ਨਾ। ਪ੍ਰੇਮ ਤਾਂ ਪਸ਼ੂ ਵੀ ਉਹਨੂੰ ਵੀ ਮਹਿਸੂਸ ਕਰਦੇ, ਹਰ ਇੱਕ ਚੀਜ਼ ਪ੍ਰੇਮ ਮਹਿਸੂਸ ਕਰਦੀ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣਾ ਪੈ ਗਿਆ ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਇਹ ਨਹੀਂ ਆਖਿਆ ਵੀ ਜਿਹਨਾਂ ਮੋਹ ਕੀਤਾ ਉਹਨਾਂ ਨੇ ਰੱਬ ਪਾ ਲਿਆ, ਜਿਹਨਾਂ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਪਾ ਲਿਆ। ਮੋਹ ਪ੍ਰੇਮ ਬਣ ਗਿਆ ਨਾ, ਫਿਰ ਉਦੋਂ ਇੱਕ ਤਬਦੀਲੀ ਆਵੇਗੀ। ਤੁਸੀਂ ਆਖੋਗੇ ਵੀ ਕਿਹੜੀ ਤਬਦੀਲੀ ਆਵੇਗੀ? ਜਿੱਦਣ ਮੋਹ ਪ੍ਰੇਮ ਬਣ ਗਿਆ ਨਾ, ਫਿਰ ਆਪਣੇ ਮਾਂ-ਬਾਪ ਨਹੀਂ, ਫਿਰ ਦੂਜੇ ਦੇ ਮਾਂ-ਬਾਪ ਵੀ ਆਪਣੇ ਵਰਗੇ ਲੱਗਣਗੇ। ਆਖੋ ਸਤਿਨਾਮ ਵਾਹਿਗੁਰੂ। ਫਿਰ ਦੂਜੇ ਦਾ ਬੱਚਾ ਵੀ ਆਪਣੇ ਬੱਚੇ ਵਰਗਾ ਲੱਗੇਗਾ। ਫਿਰ ਵੇਖੇਗਾ ਕੋਈ ਭੁੱਖਾ ਹੈ, ਉਹਨੂੰ ਭੋਜਨ ਛਕਾ ਦਿਆਂ। ਫਿਰ ਵੇਖੇ ਕੋਈ ਪਿਆਸਾ ਹੈ, ਉਹਨੂੰ ਪਾਣੀ ਪਿਆ ਦਿਆਂ। ਵੇਖ ਕੋਈ ਤੜਫ ਰਿਹਾ, ਕੋਈ ਰੋਗੀ ਹੈ, ਉਹਨੂੰ ਦਵਾਈ ਲੈ ਦਿਆਂ। ਆਹ ਹੈ ਪ੍ਰੇਮ। ਜਦੋਂ ਪ੍ਰੇਮ ਦਾ ਜਨਮ ਹੁੰਦਾ ਨਾ ਜੀ ਹਿਰਦੇ ਵਿੱਚ, ਉਦੋਂ ਫਿਰ ਮਨੁੱਖਤਾ ਦੀ ਸੇਵਾ ਵਾਸਤੇ ਕਦਮ ਚੁੱਕਦਾ। ਬਾਬੇ ਨਾਨਕ ਨੇ ਕੇਵਲ ਪ੍ਰੇਮ ਦੀ ਗੱਲ ਹੀ ਜਿਹੜੀ ਹੈ ਉਹਨੂੰ ਸੰਸਾਰ ਦੇ ਵਿੱਚ ਪ੍ਰਚਾਰਨ ਵਾਸਤੇ ਕਿੰਨੇ ਦੌਰੇ ਕੀਤੇ? 4 ਦੌਰੇ ਵੱਡੇ ਕੀਤੇ ਮਹਾਰਾਜ ਨੇ। ਕਿੰਨੇ ਹਜ਼ਾਰ ਕਿਲੋਮੀਟਰ ਦੂਰ ਤੱਕ ਪੈਦਲ ਤੁਰ ਕੇ ਗਏ।
ਤੇ ਉਹਨਾਂ ਦੀ ਭਗਤੀ ਪਤਾ ਕਿਹੜੀ ਹੈ? ਭੱਟਾਂ ਨੇ ਆਖਿਆ, ਨਾਨਕ ਨਾਮ ਨਿਰੰਜਨ ਜਾਨੋ ਕੀਨੀ ਭਗਤ ਪ੍ਰੇਮ ਲਿਵਲਾਈ। ਪ੍ਰੇਮਾ ਭਗਤੀ ਬਾਬੇ ਨਾਨਕ ਦੀ, ਤੇ ਪ੍ਰੇਮਾ ਭਗਤੀ ਦੇ ਸਦਕਾ ਹੀ ਉਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਅਕਾਲ ਪੁਰਖ ਨਾਲ ਜੋੜ ਕੇ ਰੱਖ ਦਿੱਤਾ। ਪ੍ਰੇਮਾ ਭਗਤੀ ਨਾਲ, ਪ੍ਰੇਮ ਦੀ ਬੋਲੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਮਝ ਗਏ ਸਨ। ਔਰ ਜਦੋਂ ਪ੍ਰੇਮ ਦੀ ਬੋਲੀ ਸਮਝ ਗਏ ਤੇ ਮਨੁੱਖਤਾ ਨੂੰ ਦੱਸਿਆ, ਕਹਿ ਲਗੇ ਭਲਿਓ ਰੱਬ ਦੀ ਬੋਲੀ ਪਿਆਰ ਦੀ ਬੋਲੀ ਏ। ਤੇ ਮੈਨੂੰ ਕਿਸੇ ਨੇ ਪੁੱਛਿਆ ਸੀ, ਕਹਿ ਲਗੇ ਵੀ ਜੇ ਕਿਤੇ ਦੁਨੀਆ ਦੀ ਇੱਕ ਸਾਂਝੀ ਬੋਲੀ ਹੋਵੇ ਤੇ ਉਹ ਕਿਹੜੀ ਬੋਲੀ ਹੋਵੇਗੀ? ਤੇ ਮੈਂ ਕਿਹਾ ਮੈਨੂੰ ਦੱਸਣ ਦੀ ਲੋੜ ਨਹੀਂ, ਬਾਬੇ ਨਾਨਕ ਨੇ ਸਾਨੂੰ ਪਹਿਲੇ ਦੱਸ ਦਿੱਤਾ। ਬੋਲੀਆਂ ਭਾਸ਼ਾਵਾਂ ਤੇ ਕਿੰਨੀਆਂ ਨੇ ਨਾ। ਹੁਣ ਸਾਨੂੰ ਇੱਕ ਦੂਜੇ ਦੀ ਭਾਸ਼ਾ ਸਮਝ, ਥੋੜਾ ਮਰਾਠੀਆਂ ਦੀ ਭਾਸ਼ਾ ਨੂੰ ਮੇਰੇ ਸਮਝ ਨਹੀਂ ਆਉਂਦੀ। ਹੁਣ ਜਿਹੜੇ ਅੰਗਰੇਜ਼ ਨੇ ਉਹਨਾਂ ਨੂੰ ਅੰਗਰੇਜ਼ੀ ਸਮਝ ਆਉਂਦੀ ਹੈ, ਜਿਹੜੇ ਫ੍ਰੈਂਚ ਉਹਨਾਂ ਨੂੰ ਫ੍ਰੈਂਚ ਸਮਝ ਆਉਂਦੀ ਹੈ, ਜਿਹੜੇ ਮਲਿਆਲਮ ਨੂੰ ਮਲਿਆਲਮ ਸਮਝ ਆਉਂਦੀ ਹੈ। ਪਰ ਇੱਕ ਉਹ ਬੋਲੀ ਜਿਹੜੀ ਸਾਰਿਆਂ ਦੀ ਸਾਂਝੀ ਹੋਵੇ, ਸਭ ਨੂੰ ਸਮਝ ਆਵੇ। ਮਹਾਰਾਜ ਬਾਬੇ ਨਾਨਕ ਨੇ ਆਖਿਆ, ਭਾਖਿਆ ਭਾਉ ਉਪਾਰ, ਉਹ ਹੈ ਪ੍ਰੇਮ ਦੀ ਬੋਲੀ। ਇਹਨੂੰ ਹਰ ਕੋਈ ਸਮਝ ਸਕਦਾ ਹੈ। ਔਰ ਪ੍ਰੇਮ ਦੁਨੀਆ ਦੀ ਸਾਰੀ ਕਾਇਨਾਤ ਵਿੱਚ ਵਸਿਆ ਹੋਇਆ, ਹਰ ਥਾਂ ਤੇ ਸਮਾਇਆ ਹੋਇਆ। ਤਾਂ ਬੜੀ ਕਿਰਪਾ ਹੋਵੇਗੀ ਮਾਲਕ ਦੀ ਸਾਡੇ ਤੇ ਕਿ ਇਹ ਮੋਹ ਪ੍ਰੇਮ ਬਣ ਜਾਵੇ। ਜਿੱਦਣ ਪ੍ਰੇਮ ਬਣ ਗਿਆ ਫਿਰ ਉਦੋਂ ਖੇਡ ਵਰਤੇਗੀ। ਬੜੀ ਕਿਰਪਾ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ। ਮਨ ਮਾਇਆ ਮੈਂ ਰਮ ਰਹੇ ਹੋ ਨਿਕਸਤ ਨਾਹਨ ਮੀਤ, ਕਿ ਇਹ ਮਨ ਜਿਹੜਾ ਨਾ ਮਾਇਆ ਦੇ ਮੋਹ ਵਿੱਚ ਫਸ ਗਿਆ। ਕਹਿਣ ਲੱਗੇ ਹੁਣ ਉਹਦੇ ਵਿੱਚੋਂ ਨਿਕਲ ਨਹੀਂ ਪਾਉਂਦਾ। ਨਾਨਕ ਮੂਰਤ ਚਿੱਤਰ ਜੋ ਛੱਡਤ ਨਾਹਨ ਭੀਤ। ਇਹ ਨਾਨਕ ਜਿਵੇਂ ਕੰਧ ਦੇ ਉੱਤੇ ਕੋਈ ਤਸਵੀਰ ਬਣਾ ਦੇਵੇ ਨਾ, ਪੇਂਟਿੰਗ ਕਰ ਦੇਵੇ, ਤੇ ਉਹ ਫਿਰ ਪੇਂਟਿੰਗ ਤਸਵੀਰ ਜੁਦਾ ਨਹੀਂ ਕੀਤੀ ਜਾ ਸਕਦੀ, ਜਾਂ ਤੇ ਕੰਧ ਡੇਗੀ ਜਾਵੇ, ਉਹ ਤਸਵੀਰ ਫਿਰ ਨਹੀਂ ਜੁਦਾ ਕੀਤੀ ਜਾ ਸਕਦੀ। ਤੁਸੀਂ ਕਈ ਵਾਰੀ ਵੇਖਿਆ ਹੋਣਾ ਵੀ ਗੱਡੀ ਦੇ ਉੱਤੇ ਕੋਈ ਚੀਜ਼ ਜਾਂ ਕਿਸੇ ਦੀਵਾਰ ਦੇ ਉੱਤੇ ਕੁਝ ਇਸ਼ਤਿਹਾਰ ਚਿਪਕਾ ਦਿਓ ਨਾ, ਚਿਪਕਾਉਣਾ ਤਾਂ ਬੜਾ ਸੌਖਾ ਹੈ, ਪਰ ਲਾਉਣਾ ਬੜਾ ਔਖਾ ਹੋ ਜਾਂਦਾ, ਪਰ ਲੈਂਦਾ। ਮਹਾਰਾਜ ਕਹਿ ਲਗੇ ਇਸੇ ਤਰ੍ਹਾਂ ਹੀ ਮਨ ਅਤੇ ਮੋਹ ਦਾ ਰਿਸ਼ਤਾ ਹੈ। ਜਦੋਂ ਮਨ ਮੋਹ ਵਿੱਚ ਫਸ ਜਾਂਦਾ ਨਾ, ਫਿਰ ਉਹ 'ਚ ਨਿਕਲਦਾ ਬੜਾ ਔਖਾ ਹੈ। ਗੁਰੂ ਕਿਰਪਾ ਕਰੇ ਕਿ ਇਹ ਮੋਹ ਦੀ ਮਮਤਾ ਛੱਡ ਕੇ ਮਨ ਬਾਹਰ ਆਵੇ। ਨਾਨਕ ਮੂਰਤ ਚਿੱਤਰ ਜਿਉ ਛਾਟਤ ਨਾਹਨ ਭੀਤ। ਅਗਲਾ ਬਚਨ ਕਰਦੇ ਨੇ, ਨਰ ਚਾਤ ਕਛ ਔਰ ਔਰੇ ਕੀ ਔਰੇ ਪਈ। ਬੰਦਾ ਸੋਚਦਾ ਕੀ ਹੈ, ਉਹ ਕੀ ਜਾਂਦਾ ਹੈ। ਅਸਲ ਦੇ ਵਿੱਚ ਜੋ ਇਹ ਸੋਚਦਾ ਹੈ, ਉਹ ਸੋਚਦਾ ਹੀ ਸਹੀ ਨਹੀਂ। ਜੇ ਸਹੀ ਸੋਚੇ ਤਾਂ ਫਿਰ ਇਹਨੂੰ ਕੋਈ ਡਰਨ ਦੀ ਲੋੜ ਨਹੀਂ। ਮਹਾਰਾਜ ਕਹਿ ਲਗੇ ਜੋ ਇਹ ਸੋਚ ਰਿਹਾ ਉਹ ਹੁੰਦਾ ਨਹੀਂ, ਜੋ ਹੁੰਦਾ ਹੈ ਉਹ ਇਹ ਸੋਚਦਾ ਨਹੀਂ। ਦਾ ਕਾਰਨ ਇਹ ਹੈ ਕਿ ਇਹਦਾ ਸੋਚਣਾ ਗਲਤ ਹੈ। ਸੋਚਦਾ ਕੀ ਭਲਾ? ਮਹਾਰਾਜ ਨੇ ਅਗਲੇ ਪਾਵਨ ਬਚਨ ਵਿੱਚ ਸਮਝਾਇਆ ਹੈ, ਚਿਤਵਤ ਰਹਿਓ ਠਗੌਰ ਨਾਨਕ ਸਾਸੀ ਗੱਲ ਪਰ। ਇਹ ਕੀ ਸੋਚਦਾ ਹੈ? ਮੈਂ ਇਹਨੂੰ ਵੀ ਠੱਗ ਲਵਾਂ, ਮੈਂ ਇਹਨੂੰ ਵੀ ਠੱਗ ਲਵਾਂ, ਮੈਂ ਇਹਨੂੰ ਵੀ ਠੱਗ ਲਵਾਂ। ਸਾਰਾ ਦਿਨ ਠੱਗੀਆਂ ਮਾਰਦੀਆਂ ਸੋਚਾਂ ਅੰਦਰ ਸੋਚਦਾ ਰਹਿੰਦਾ ਹੈ। ਉਹ ਠੱਗੀਆਂ ਇਹਦੀਆਂ ਪੂਰੀਆਂ ਨਹੀਂ ਹੁੰਦੀਆਂ, ਉਹ ਕੁਝ ਹੋਰ ਜਾਂਦਾ ਜੋ ਰੱਬ ਨੂੰ ਭਾਉਂਦਾ ਹੈ। ਤੇ ਅੰਤ ਨੂੰ ਮਹਾਰਾਜ ਕਹਿਣਗੇ ਮੌਤ ਦੀ ਖਾਈ ਗਲ ਵਿੱਚ ਅੱਗ ਪੈ ਜਾਏ। ਹੁਣ ਸਾਰਾ ਦਿਨ ਤੇ ਕਿਸੇ ਦਾ ਬੁਰਾ ਸੋਚੇਗਾ ਤੇ ਰੱਬ ਨੂੰ ਥੋੜਾ ਭਾਉਂਦਾ ਵੀ ਤੂੰ ਕਿਸੇ ਦਾ ਬੁਰਾ ਸੋਚੇ। ਹੁਣ ਤੂੰ ਆਖੇ ਵੀ ਫਲਾਣੇ ਦਾ ਤੇ ਆਹ ਕੰਮ ਨਾ ਹੋਵੇ। ਮੈਂ ਵੇਖੇ ਨੇ ਐਸੇ ਸੱਜਣ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਮੁਬਾਰਕ ਹੈ, ਕਈ ਇਹ ਵੀ ਅਰਦਾਸਾਂ ਨਾਲ ਕਰ ਦਿੰਦੇ, ਫਲਾਣੇ ਦਾ ਤੇ ਆਹ ਕੰਮ ਨਾ ਚੱਲੇ, ਫਲਾਣੇ ਦਾ ਆਹ ਕੰਮ ਨਾ ਹੋਵੇ, ਫਲਾਣੇ ਦਾ ਆਹ ਕੰਮ ਨਾ ਹੋਵੇ। ਤੇ ਫਿਰ ਦੂਜੇ ਦੇ ਕੰਮ ਨੂੰ ਵੇਖ ਕੇ ਬੰਦਾ ਖੁਸ਼ ਨਹੀਂ ਹੁੰਦਾ, ਉਦਾਸ ਜਿਹਾ ਹੋਇਆ, ਚਿੰਤਾ ਵਧੀ, ਚਿੰਤਾ ਲੱਗੀ ਰਹਿੰਦੀ ਵੀ ਇਹਦਾ ਕੰਮ ਕਿਵੇਂ ਚੱਲਦਾ। ਆਹ ਜਿਹੜਾ ਸੋਚਣਾ ਹੈ ਨਾ, ਮਹਾਰਾਜ ਕਹਿਣਗੇ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ। ਮੀਤ ਕਿਸੇ ਦਾ ਬੁਰਾ ਨਹੀਂ ਚਿਤਵਣਾ। ਚੰਗਾ ਖਿਆਲ ਜੀਵਨ ਵਿੱਚ ਰੱਖੇਗਾ, ਚੰਗਾ ਸੋਚੇਗਾ ਤੇ ਮਾਲਕ ਨੂੰ ਵੀ ਭਾਵੇਗਾ। ਜੇ ਤੂੰ ਚੰਗਾ ਸੋਚੇਗਾ ਫਿਰ ਚੰਗਾ ਹੋਵੇਗਾ, ਤੇ ਫਿਰ ਤੂੰ ਆਪ ਹੀ ਸਮਝੇਗਾ ਵੀ ਮੈਂ ਤੇ ਚੰਗਾ ਸੋਚੇ ਚੰਗਾ ਹੀ ਹੋ ਗਿਆ। ਫਿਰ ਤੂੰ ਇਹ ਨਹੀਂ ਸਮਝ ਸਕਦਾ ਵੀ ਮੈਂ ਮਾੜਾ ਸੋਚਿਆ ਸੀ ਤੇ ਚੰਗਾ ਕਿਵੇਂ ਹੋ ਗਿਆ। ਹੁਣ ਜੋ ਰੱਬ ਨੇ ਲਿਖਿਆ ਹੋਣਾ ਤੇ ਸੰਸਾਰ ਵਿੱਚ ਕੋਈ ਹੈ, ਪਰ ਤੇਰੇ ਗਲਤ ਕਰਨ ਦੇ ਨਾਲ ਕਿਸੇ ਦਾ ਗਲਤ ਨਹੀਂ ਹੋ ਜਾਣਾ। ਜੇ ਤੂੰ ਚੰਗਾ ਕਰੇਗਾ ਤੇ ਆਪਣਾ ਚੰਗਾ ਕਰੇਗਾ, ਜੇ ਕਿਸੇ ਦਾ ਗਲਤ ਕਰੇਗਾ ਸੱਚ ਜਾਣੀ ਫਿਰ ਆਪਣਾ ਹੀ ਗਲਤ ਕਰੇਗਾ। ਤਾਂ ਮਹਾਰਾਜ ਸੁਚੇਤ ਕਰਦੇ ਨੇ
ਚੇਤਵਤ ਰਹਿਓ ਠਗੌਰ ਨਾਨਕ ਫਾਸੀ ਗੱਲ ਪਰੀ, ਕਿ ਜੋ ਮਨੁੱਖ ਹੋਰਾਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ, ਐਸਾ ਮਨੁੱਖ ਅੰਤ ਨੂੰ ਮੌਤ ਦੀ ਫਾਹੀ ਦੇ ਗਲ ਵਿੱਚ ਪੈਂਦੀ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਸੋ ਚੰਗਾ ਸੋਚੀਏ, ਚੰਗੀ ਵਿਚਾਰ ਰੱਖੀਏ, ਚੰਗਾ ਸੋਚਾਂਗੇ, ਚੰਗਾ ਮੰਗਾਂਗੇ ਤਾਂ ਸਾਨੂੰ ਚੰਗਾ ਮਿਲੇਗਾ। ਜਿਹੋ ਜਿਹਾ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹੋ ਜਿਹਾ ਦੂਜਿਆਂ ਲਈ ਮੰਗਣਾ ਸ਼ੁਰੂ ਕਰ ਦਿਓ। ਜਿਹੋ ਜਿਹਾ ਆਪਣੇ ਲਈ ਚਾਹੁੰਦੇ ਉਹ ਜਿਹਾ ਦੂਜਿਆਂ ਲਈ ਮੰਗਣਾ ਸ਼ੁਰੂ ਕਰ ਦੇਵੋ, ਉਹੋ ਜਿਹਾ ਹੀ ਤੁਹਾਨੂੰ ਪ੍ਰਾਪਤ ਹੋਵੇ। ਜੇ ਤੂੰ ਮਾੜਾ ਦੂਜਿਆਂ ਲਈ ਮੰਗਦਾ, ਫਿਰ ਇਹ ਨਾ ਆਸ ਲਾ ਕੇ ਤੈਨੂੰ ਚੰਗਾ ਮਿਲਣ ਵਾਲਾ, ਫਿਰ ਤੈਨੂੰ ਵੀ ਉਹੀ ਮਿਲੇਗਾ। ਤਾਂ ਇਸ ਕਰਕੇ ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ, ਇੱਕ ਮੋਹ ਦਾ ਚਿੱਕੜ ਉਹਦੇ ਵਿੱਚੋਂ ਨਿਕਲ ਸਕਦਾ, ਤੂੰ ਗੁਰੂ ਦੀ ਬਾਹ ਫੜ ਲੈ, ਬਸ ਗੁਰੂ ਦਾ ਉਪਦੇਸ਼ ਜੀਵਨ ਵਿੱਚ ਕਮਾਈ। ਜਿੱਦਣ ਤੇਰੇ ਜੀਵਨ ਵਿੱਚੋਂ ਪ੍ਰੇਮ ਪੈਦਾ ਹੋ ਗਿਆ, ਤੂੰ ਸਾਰੀ ਮਨੁੱਖਤਾ ਨਾਲ ਪਿਆਰ ਕਰੇਗਾ, ਫਿਰ ਕੋਈ ਮਾੜਾ ਕੋਈ ਚੰਗਾ ਬੁਰਾ ਨਹੀਂ ਰਹੇਗਾ, ਫਿਰ ਸਾਂਝ ਸਾਰਿਆਂ ਨਾਲ ਤੇਰੀ ਸਾਂਝ ਬਣ ਜਾਵੇਗੀ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹ ਜੋ ਪਾਵਨ ਬਚਨ ਅਸੀਂ ਵਿਚਾਰੇ ਨੇ, ਇਹ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਤੇ ਗੁਰੂ ਦੀ ਸਿੱਖਿਆ ਲੈ ਕੇ ਆਪਾਂ ਜੀਵਨ ਨੂੰ ਸਫਲਾ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।